बिस्मिल्लाहिर्रहमानिर्रहीम। अस्सलाम वालेकुम व्यूअर्स, मैं हूं बिलाल नज़ीर और आप देख रहे हैं बिज़नेस इन्फो ऑफिशियल चैनल। ये यूट्यूब चैनल भी है, साथ में फ़ेसबुक का पेज भी है। नाज़रीन, आप इस वक्त देख रहे हैं हमारे एक भाई को, इनका नाम है मुस्तनसर बिल्ला। बड़ी ज़बरदस्त और बहुत ही ज़्यादा कीमती गुफ्तगू इनके साथ हमारी हुई। गुफ्तगू ये है कि ये आपको बता रहे हैं कि आपने बुरेवाला विहाड़ी वाली साइड पे जाके अगर जानवर ख़रीदने हैं तो किन लोगों से मिलें, और जगह भी बता दी इन्होंने। वहाँ पे जो स्पॉट हैं, गांव के नाम और चक जो हैं उनके नाम, और साथ में लोगों के नाम तक बता दिए। तो वीडियो बड़ी अहम है, इसको आखिर तक ज़रूर सुनिएगा। और चलते चलते इन्होंने कुछ बीमारियों के बारे में भी हमें बताया इस वीडियो के एंड पे, तो लिहाजा इस वीडियो को एंड तक ज़रूर देखिएगा। और तमाम हमारे दोस्तों से रिक्वेस्ट है कि हमारे चैनल को सब्सक्राइब कर दें, साथ में बेल आइकन को भी दबा दें, और फेसबुक के फॉलोअर भी हमारे पेज को लाइक और शेयर करिएगा। तो देखते हैं जी मुस्तनसर बिल्ला की बातें। ना सही उरा बूरे ਉਹ 53 ਚੱਕ ਅੱਛਾ 353 ਅੱਛਾ ਚੰਨੂ ਮੋੜਾਂ ਦੇ ਨਾਲ ਉਹ ਸਾਰਾ ਪਿੰਡ ਹੀ ਮਤਲਬ ਇਹ ਕੰਮ ਕਰਦਾ ਠੀਕ ਹੈ ਤੇ ਸਾਰੇ ਵਪਾਰੀ ਨੇ। ਅਗਰ ਉਹਨਾਂ ਕੋਲੋਂ ਮੈਂ ਲਈਏ ਅੱਛੀ ਮਿਲ ਜਾਂਦੀ। ਸਹੀ ਹੋ ਗਿਆ ਠੀਕ ਹੈ। ਉੱਥੇ ਹੋ ਗਿਆ ਬਾਬਾ ਵਲੀ ਅੱਲਾ ਨਸੀਬ ਕਰੇ ਫੌਤ ਹੋ ਗਿਆ, ਉਹਦੇ ਪੁੱਤਰ ਨੇ ਸ਼ਾਦੋ ਭੱਟੀ, ਦਸ਼ਾਦ ਭੱਟੀ, ਅੱਗੋਂ ਪਰਵੇਦ ਭੱਟੀ, ਜਵੇਦ ਭੱਟੀ, ਆਸ਼ਕ ਭੱਟੀ, ਤੇ ਨਾਲ ਉਹਨਾਂ ਦਾ ਮੁੰਡਾ ਬੇਟਾ ਉਹਦਾ ਰਸ਼ਾਦ ਦਾ ਸਾਜਦ, ਉਹ ਵੀ ਮੈਚ ਚੰਗੀ ਲੈਂਦੇ ਤੇ ਉਹਨਾਂ ਕੋਲ ਮੱਝ ਮਿਲ। ਇਹ ਤੁਸੀਂ ਬੂਰੇ ਵਾਲੇ ਦੀ ਗੱਲ ਕਰ ਰਹੇ ਹੋ? ਬੂਰੇ ਵਾਲੇ ਤੇ ਹੋਰ ਬੂਰੇ ਵਾਲੇ ਦੇ ਵਿੱਚ ਪਿੰਡ ਦਾ ਨਾਂ ਦੁਬਾਰਾ ਲਿਓ। 353 ਤੇ ਹੋਰ ਵੀ ਜਗ੍ਹਾ ਤੇ ਲੱਗਦੇ ਨੇ? ਹੋਰ ਮਈਆਂ ਵਪਾਰੀ ਨੇ, ਉਹ ਵੀ ਅੱਛੇ ਨੇ। 475 ਰੱਤੇ ਟਿੱਬੇ ਵਾਲੇ ਰੋਡ ਤੇ ਜਿਹੜਾ ਬੂਰੀ ਨੂੰ ਜਾਂਦਾ ਪਿਛਲਾ, ਉਹਦੇ ਤੇ 475 ਹੈ। ਠੀਕ ਹੈ। ਉੱਥੇ ਮਨਜ਼ੂਰ ਵਟੂ, ਠੀਕ ਹੈ, ਉਹਨਾਂ ਦਾ ਬੇਟਾ ਬਿੱਲਾ। ਸਹੀ ਹੈ। ਬਿੱਲਾ ਵਟੂ ਉਹਨੂੰ ਆਂਦੇ ਨੇ। ਇੱਕ ਉਹਦਾ ਭਾਈ ਇਮਰਾਨ ਵਟੂ, ਉਹਦਾ ਚਾਚਾ ਅਸ਼ਰਫ ਵਟੂ। ਠੀਕ ਹੈ। ਉਹ ਵੀ ਵਪਾਰ ਕਰਦੇ ਨੇ, ਉਹਨਾਂ ਕੋਲ ਮੱਝ ਅੱਛੀ ਮਿਲ ਸਕਦੀ। ਸਹੀ ਹੈ। ਅਗਰ ਜਿਹੜਾ ਵੀ ਉਹਨਾਂ ਨਾਲ ਰਾਬਤਾ ਕਰੇ ਮੱਝ ਅੱਛੀ ਮਿਲ ਜੇਗੀ। ਉਹਨਾਂ ਕੋਲ ਟੁਰ ਜੇ ਭਾਵੇਂ 53 ਚ ਟੁਰ ਜੇ, ਅੱਛੀ ਮਿਲ ਜੇਗੀ। ਸਹੀ ਹੈ। ਹੋਰ ਕਿਹੜਾ ਜੇ ਬੂਰੇ ਵਾਲੇ? ਹੋਰ ਬੂਰੇ ਵਾਲੇ ਮੈਂ ਕਾਫੀ ਪਿੰਡ ਨੇ, 7 ਚੱਕ ਕੇ ਉੱਥੋਂ ਦੇ ਵੀ ਨੇ ਬੰਦੇ, ਉਹ ਵੀ ਵਪਾਰ ਕਰਦੇ ਨੇ। ਠੀਕ ਹੈ। ਉੱਥੋਂ ਵੀ ਮੈਂ ਮਿਲ ਸਕਦੀ ਏ। ਤਾਲਬ ਰਾਈ, ਉਹ ਵੀ ਵਪਾਰ ਕਰਦਾ, ਮੱਝ ਅੱਛੀ ਲੈਂਦਾ। ਸਹੀ ਹੈ। ਉਹ 307। ਠੀਕ ਹੈ। ਡੱਲਣ ਬੰਗਲੇ ਕੋ। ਠੀਕ ਹੈ। ਤੇ ਇੱਕ 9 ਚੱਕ ਕੇ ਉੱਥੋਂ ਦਾ ਸੋਹਣਾ ਵਟੂ। ਠੀਕ ਹੈ। ਉੱਥੋਂ ਮੱਝ ਚੰਗੀ ਮੱਝ ਮਿਲ ਸਕਦੀ। ਸਹੀ ਹੈ। ਹਾਂਜੀ। ਉਹ ਵੀ ਮੀਆਂ ਚੰਨੂ ਦੇ ਨਾਲ ਜਾਣਾ ਹੈ, ਚੰਨੂ ਮੋੜਾਂ ਤੋਂ ਡੱਲਣ ਬੰਗਲੇ ਦੇ ਨਾਲ 9 ਚੱਕ, ਉੱਥੋਂ ਦਾ ਬੰਦਾ। ਇਹ ਜਿਹੜੇ ਕਿਸੇ ਕੋਲ ਵੀ ਪੁੱਛ ਸਕਦੇ ਹੋ ਤੁਸੀਂ, ਬਾਬੇ ਸੋਹਣੇ ਵਟੂ ਕੋਲ ਜਾਣਾ। ਇਹ ਜਿਹੜੇ ਬੰਦਿਆਂ ਦੇ ਨਾਂ ਦੱਸੇ ਦੇ, ਇਹ ਮੌਜੂਦ ਹੋਣਗੇ ਉੱਥੇ? ਮੌਜੂਦ ਹੋਣਗੇ, ਮੱਝਾਂ ਮਿਲਣ ਦੀਆਂ। ਉਧਰੋਂ ਬਾਬਾ ਜੀ ਤੋਂ ਸੁਣਿਆ ਹੋਣਾ, 6ਵੇਂ ਮੀਲ ਦੇ ਨਾਲ 27 ਚੱਕ ਕੇ, ਉੱਥੋਂ ਦੇ ਵੀ ਨੇ ਚਾਚੂ ਹਾਜੀ ਨੀਫ। ਠੀਕ ਹੈ। ਉਹਨਾਂ ਕੋਲ ਵੀ ਮੱਝ ਮਿਲ ਸਕਦੀ, ਚੰਗੀ ਮਿਲ ਸਕਦੀ। ਹਾਜੀ ਨੀਫ ਸਾਹਿਬ? ਹਾਂਜੀ। ਉਹ ਵੀ ਬੂਰੇ ਦੇ ਨੇ ਮੇਨ, ਉਹਨਾਂ ਕੋਲ ਵੀ ਮੱਝ ਅੱਛੀ ਮਿਲ ਜਾਂਦੀ, ਚੰਗੀ। ਇਹਨਾਂ ਚਵਾਂ ਤੋਂ ਇਲਾਵਾ ਹੋਰ ਵੀ ਬੜੇ ਨੇ ਵਿੱਚ, ਮਸਲਨ ਜਿਨ੍ਹਾਂ ਦਾ ਜ਼ੇਨ ਚ ਨਿਕਲ ਗਿਆ, ਨਾ ਨਿਕਲ ਗਿਆ। ਹਾਂਜੀ। ਤੇ ਕੋਈ ਪਿੰਡ ਦਾ ਜਾਂ ਇਲਾਕੇ ਦਾ ਹੋਰ ਦਾ ਕਿਸੇ ਦਾ ਨਾਂ ਦੱਸੋ ਜਿੱਥੋਂ ਅੱਛੀ ਮਿਲ ਸਕਦੀ? ਹੋਰ ਵੀ ਅੱਛੀ ਆ ਬੂਰੇ ਦੀ। ਮੈਂ ਤੇਰਾ ਬਹੁਤੀ ਸੀਲ ਹੁੰਦੀ, ਜਿਹੜਾ ਦਰਿਆ ਤੋਂ ਮੈਂ ਲਈਓ ਚੰਗੀ ਹੁੰਦੀ ਹੈ। ਬੂਰੇ ਦੀ ਉਰਾਂ ਲਈਏ, ਇਹ ਸਾਡੇ ਲੋਕਾਂ ਦੇ ਮੈਂ ਪਸੰਦ ਹੁੰਦੀ ਹੈ, ਜਿਹੜੀ ਪਿੰਡਾਂ ਚ ਲਈ ਦੀ। ਸਹੀ ਹੈ। ਜਿਹੜੀ ਦਰਿਆ ਦੀ ਮੈਂ, ਉਹ ਥੋੜੀ ਜਿਹੀ ਹੁੰਦੀ ਬਰੀਕ, ਕਿ ਮਸਲਨ ਥੋੜੀ ਜਿਹੀ ਲੱਸੀ ਹੋਏਗੀ, ਓਡੀ ਭਲੀ ਨਾ ਹੋਏਗੀ। ਉਹ ਫਿਰ ਸਾਡੇ ਜਿਹੜੇ ਸਿਆਲਕੋਟ ਦੇ ਅਸੀਂ ਉਹਨੂੰ ਪਸੰਦ ਨਹੀਂ ਕਰਦੇ। ਉਹ ਜ਼ਿਆਦਾਤਰ ਲਾਹੌਰ ਦੇ ਲੈਂਦੇ ਨੇ ਬੰਦੇ, ਉਹ ਮੱਝ ਬਹੁਤੀ ਚੰਗੀ ਹੁੰਦੀ। ਪੂਰਾ ਪਿੰਡਾਂ ਦੀ ਵੀ ਮੱਝ ਚੰਗੀ ਹੈ, ਸਾਰਿਆਂ ਉੱਥੋਂ ਹੀ ਲਿਆਂਦੀ ਆ। ਜਿਹੜੀ ਅੱਗੋਂ ਹਾਸਲਪੁਰ ਦੀ, ਉਹ ਮੱਝ ਨਹੀਂ ਚੰਗੀ। ਉਹਦਾ ਕੀ ਨੁਕਸਾਨ ਹੈ? ਉਹ ਸੋਹਣੀ ਚੰਗੀ ਹੋਏਗੀ, ਹਰ ਪਾਸਿਓਂ ਸੋਹਣੀ ਹੋਏਗੀ, ਦੁੱਧ ਦੇਣ ਵਾਲੋਂ ਭੈੜੀ ਹੋਏਗੀ। ਇੱਥੇ ਆ ਕੇ ਕਿੰਨਾ ਦੇਗੀ, ਉੱਥੇ ਕਿੰਨਾ ਦਿੰਦੀ? ਉੱਥੇ ਜੇ ਉਹਦੇ ਕੋਲ ਕੋਈ 14 ਸੇਰੇ ਨਾ 20 ਸੇਰੇ, ਇੱਥੇ ਆਏਗੀ ਤੇ ਦੋਵਾਂ ਵੇਲਿਆਂ ਦਾ 4 ਕਿਲੋ ਦੇਗੀ। ਸੇਵਾ ਵੀ ਕਰੀਏ ਫਿਰ ਵੀ? ਜਿੰਨੀ ਮਰਜ਼ੀ ਸੇਵਾ ਕਰੋ, ਕੱਖ ਨਾ ਦੇਗੀ। ਯਾਨੀ ਹਾਸਲਪੁਰ ਦੀ ਮੱਝ ਨਾ ਲੈ ਕੇ ਨਹੀਂ ਲੈਣੀ ਚਾਹੀਦੀ। ਤੇ ਬੂਰੇ ਵਾਲਿਆਂ ਤੇ ਵਿਹਾੜੀ ਨੂੰ ਦੇਣ ਤਜਿੱਤਰ ਜੀ? ਬਿਲਕੁਲ। ਉੱਥੋਂ ਦੀ ਮੈਚ ਚੰਗੀ ਹੈ, ਮੀਆਂ ਚੰਨੂ ਦੀ ਮੈਚ ਚੰਗੀ। ਲੁੱਡਣ? ਠੀਕ ਹੈ। ਲੁੱਡਣ ਦੀ? ਹਾਂਜੀ। ਸਹੀ ਹੈ। ਤੇ ਉਧਰੋਂ ਲੱਖੇ ਵੇਲੀਆਂ ਦੀ ਮੈਚ ਚੰਗੀ ਹੈ, ਆਰਫ ਵਾਲੇ ਦੇ ਨਾਲ ਉਤਲੇ ਪਾਸੇ, ਉੱਥੋਂ ਦੀ ਮੈਂ ਬਹੁਤੀ ਚੰਗੀ। ਯਾਨੀ ਜਿਹੜੇ ਬੰਦੇ ਤੁਹਾਡੀ ਗੱਲਬਾਤ ਸੁਣ ਰਹੇ ਨੇ, ਬੰਦਿਆਂ ਦਾ ਨਾਮ ਵੀ ਸੁਣ ਰਹੇ ਨੇ, ਪਤਾ ਵੀ ਸੁਣ ਰਹੇ ਨੇ, ਇਹ ਉੱਥੇ ਜਾਣ ਤੇ ਇਹਨਾਂ ਨੂੰ ਦਾਦ ਨਹੀਂ ਲੱਗੇਗਾ? ਨਹੀਂ ਲੱਗੇਗਾ। ਇਹਨਾਂ ਬੰਦਿਆਂ ਨੂੰ ਜਾ ਕੇ ਮਿਲਣ ਤੇ ਮੈਂ ਚੰਗੀ ਮਿਲੇਗੀ, ਗਰੰਟੀ ਵਾਲੀ? ਹਾਂਜੀ ਬਿਲਕੁਲ। ਉਹਦੇ ਚ ਇਹ ਦੋਵੇਂ ਟਾਈਮ ਚ ਹੋ ਸਕਦੇ ਨੇ। ਇਹ ਵੇਖੋ, ਇਹ ਪਾਬੰਦੀ ਨਹੀਂ ਉਹਨਾਂ ਨੂੰ। ਅਗਰ ਤੁਸੀਂ ਮਿਲਦੇ ਆਂਦੇ ਮੱਝ ਲੈਣੀ ਹੈ ਜਾਂ ਤੁਹਾਨੂੰ ਹੋਰ ਵਹਾ ਦੇਣਗੇ, ਉਹਨਾਂ ਦੇ ਕੋਲ ਮੌਜੂਦ ਮਈਆਂ ਹੁੰਦੀਆਂ, ਮੰਡੀਆਂ ਚ ਲਿਆਉਂਦੇ ਨੇ,
ਆਰਫ ਵਾਲਾ, ਕਾੜਾ, ਚੀਚਾ, ਵਤਨੀ, ਗੱਗੋ, ਉਸ 4 ਮੰਡੀਆਂ 'ਚ ਸਿਰਫ ਮਾਲ ਲਿਆਉਂਦੇ ਨੇ, ਇਹ ਦੂਸਰੀਆਂ ਲੋਕਲ ਮੰਡੀਆਂ 'ਚ ਨਹੀਂ ਲਿਆਉਂਦੇ। ਅੱਛਾ, ਅੱਜ ਕੱਲ ਉਸ ਕੀਮਤ ਕੀ ਚੱਲਦੀ ਪਈ ਇਹਨਾਂ ਜਗ੍ਹਾ 'ਚ ਮੱਝ ਦੀ 10-12 ਕਿਲੋ ਦੁੱਧ ਦੇਣ ਵਾਲੀ ਮੱਝ ਦੀ? ਉਸ ਨਹੀਂ, ਜੇ ਅਗਰ ਮੈਂ ਸਹੀ ਲਈਏ, ਅੱਛੀ ਮੈਂ ਲਈਏ, ਉਹ ਇੰਨੇ ਦੀ ਲੱਭਦੀ ਏ 3 ਲੱਖ ਦੇ ਨੇੜੇ ਮੈਂ ਮਿਲ ਜਾਂਦੀ ਹੈ। ਅਗਰ ਸਹੀ ਮੱਝ ਲਈਏ 3 ਲੱਖ ਵਾਲੀ ਮੱਝ ਕਿੰਨਾ ਦੁੱਧ ਦੇਗੀ? ਉਹ ਮੈਂ ਤਕਰੀਬਨ ਜੇ ਅਗਰ ਸੇਵਾ ਕਰੋਗੇ ਤਾਂ ਦੁੱਧ 20 ਵੀ ਪਈ ਦੇਗੀ। ਠੀਕ ਹੈ, ਅੱਛੀ ਮੈਂ ਹੋਏਗੀ। ਸਹੀ ਹੈ। ਉਹ 3 ਦੀ, 3.5 ਦੀ, 2.5 ਦੀ, 2 ਦੀ, ਇੰਨੇ ਦੀ ਮੈਂ ਲੱਭ ਜੇਗੀ। ਮਤਲਬ ਜਿੰਜ ਦੀ ਮੱਝ ਹੋਏਗੀ ਉਂਝ ਦੇ ਪੈਸੇ ਹੋਣਗੇ। ਠੀਕ ਹੈ। 3 ਲੱਖ ਰੇਟ ਬਹੁਤਾ ਨਹੀਂ? ਨਹੀਂ। ਅੱਛਾ, ਤੁਸੀਂ ਦੱਸ ਰਹੇ ਹੋ ਕਿ ਇਹਨਾਂ ਦੇ ਵਿੱਚ ਵੀ ਨਸਲਾਂ ਨੇ, ਕੁਛ ਮੱਝਾਂ ਇਹਨਾਂ ਦੀਆਂ ਵੱਡੇ ਕੱਦ ਦੀਆਂ ਹੁੰਦੀਆਂ ਨੇ, ਕੁਛ ਹੈ ਨਾਰਮਲ ਹੈ ਜਿਸ ਤਰ੍ਹਾਂ ਤੁਸੀਂ ਇਹ ਵਹਾ ਰਹੇ ਹੋ ਮੱਝਾਂ, ਕੁਛ ਆਮ ਮੱਝਾਂ ਨੇ। ਇਹ ਨਸਲਾਂ ਦਾ ਕੀ ਫਰਕ ਤੁਸੀਂ ਦੱਸ ਰਹੇ ਹੋ? ਨਸਲਾਂ ਇਹ ਹੁੰਦਾ ਜਿਹੜਾ ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ, ਅਗਰ ਜਿਹੜੀ ਨਸਲੀ ਮੈਂ ਉਹ ਦੁੱਧ ਦੇਗੀ। ਛੋਟੀ ਵੱਡੀ ਦਾ ਉਹਦੇ ਚ ਲੈਂਕ ਕੋਨੀ, ਭਾਵੇਂ ਛੋਟੀ ਹੋਏਗੀ ਉਹ ਦੁੱਧ ਓਨਾ ਹੀ ਦੇਗੀ। ਜੇ ਅਗਰ ਉਹ ਨਸਲੀ ਹੈ ਨਾ ਸਹੀ ਹੈ, ਮੈਂ ਕਿਸੇ ਘਰ ਦੀ, ਉਹ ਦੁੱਧ ਓਨਾ ਹੀ ਦੇਗੀ, ਵੱਡੀਆਂ ਜਿੰਨਾ ਹੀ ਦੇਗੀ। ਸਹੀ ਹੋ ਗਿਆ। ਤੇ ਲੈਣੀ ਵੀ ਦਰਮਿਆਨੀ ਝੋਟੀ ਚਾਹੀਦੀ ਹੈ, ਸੋਹਣੀ, ਜਿਹੜੀ ਮਤਲਬ ਸੂਬਿਆਂ 'ਚ ਮੱਝ ਉਹ ਨਹੀਂ ਲੈਣੀ ਚਾਹੀਦੀ। ਕਿਹੜੇ ਸੂਏ 'ਚ ਲੈਣੀ ਚਾਹੀਦੀ? ਪਹਿਲਾਂ ਦੂਜਾ। ਹੁਣ ਇਹ ਦੱਸਿਓ ਕਿ ਮੱਝ ਚੇਤਰ 'ਚ ਲੈਣੀ ਚਾਹੀਦੀ ਹੈ ਜਾਂ ਫਿਰ ਚੇਤਰ ਕੱਢ ਕੇ ਲੈਣੀ ਚਾਹੀਦੀ ਹੈ, ਯਾਨੀ ਸੌਣ ਭਾਦਰ 'ਚ? ਮੱਝ ਜਿਹੜੀ ਅਸਲ ਲੈਣੀ ਚਾਹੀਦੀ ਹੈ, ਮਸਲਨ ਜਿਹੜੀ ਜਾਇਦ ਮੁੱਲ ਵਿੱਚ ਹੋ ਜਾਂਦੀ ਹੈ, ਉਹ ਮਿਲਦੀ ਹੈ ਅੱਸੂ ਕੱਤੇ 'ਚ। ਠੀਕ ਹੈ। ਇਹ ਜਿਹੜੇ ਪਿਛਲੇ 2 ਮਹੀਨੇ ਲੰਘੇ ਨੇ। ਠੀਕ ਹੈ। ਹੁਣ ਜਾਂ ਇਹਦੇ ਤੋਂ ਮਹੀਨਾ ਪਿਛਾਂ ਦੀ ਮੱਝ ਲਈ ਜਿਹੜੀ ਹੈ, ਉਹ ਤਕਰੀਬਨ ਸਿਆਲ ਵੀ ਦੁੱਧ ਦੇਈ ਜਾਂਦੀ ਹੈ ਤੇ ਗਰਮੀਆਂ ਵੀ ਦੁੱਧ ਦੇਈ ਜਾਂਦੀ। ਅੱਛਾ। ਤੇ ਜਿਹੜੀ ਚੇਤਰ ਦੀ ਮੈਂ ਉਹ ਹੁਣ ਅੱਗੂ ਤੇਜ਼ੀ ਹੋ ਜਾਣੀ ਹੈ। ਠੀਕ ਹੈ। ਉਹ ਮਸਲਨ ਕੋਈ 50-60 ਹਜ਼ਾਰ 70 ਹਜ਼ਾਰ ਮੱਝ ਮਹਿੰਗੀ ਹੋ ਜਾਣੀ, ਸੁਆ ਛਾਟ ਹੋ ਜਾਂਦਾ। ਠੀਕ ਹੈ। ਜਿਹੜਾ ਫੱਗਣ ਦਾ ਮਹੀਨਾ ਹੈ ਨਾ, ਫੱਗਣ ਤੇ ਚੇਤਰ ਦਾ, ਇਹ ਇਹਨਾਂ ਦਿਨਾਂ ਸੂਈ ਮੈਂ ਘੱਟ ਮਿਲਦੀ। ਸੁਣਿਆ ਸੌਣ ਭਾਦਰ ਦੇ ਵਿੱਚ ਰੇਟ ਘਟ ਜਾਂਦਾ ਇਹਨਾਂ ਦਾ? ਹਾਂਜੀ, ਰੇਟ ਇਹਨਾਂ ਦਾ ਉਦੋਂ ਸੁਆਹ ਆਮ ਹੋ ਜਾਂਦਾ, ਜਿਹੜੀ ਚੰਗੀ ਮੱਝ ਉਹ ਮੁੱਲ ਨਾਲ ਹੀ ਮਿਲਦੀ। ਠੀਕ ਹੈ। ਜਿਹੜੀ ਅਸਲ ਭਾਦਰੋਂ ਚ ਨਹੀਂ ਲੈਣੀ ਚਾਹੀਦੀ, ਮੈਂ ਥੋੜੀ ਭਾਦਰੋਂ ਚ ਨਹੀਂ ਲੈਣੀ ਚਾਹੀਦੀ। ਹਾਂਜੀ। ਕਿਹੜੇ ਮੌਸਮ ਚ ਮੱਝ ਨਾ ਲਈਏ? ਨਹੀਂ, ਇੱਕ ਤਾਂ ਭਾਦਰੋਂ ਤੁਹਾਨੂੰ ਦੱਸਿਆ, ਇੱਕ ਹੁੰਦਾ ਕਿ ਮੱਝ ਲਈਏ ਤੇ ਨਾਲ ਹੀ ਉਹਦਾ ਦੁੱਧ ਘਟ ਜਾਂਦਾ। ਨਹੀਂ, ਉਹ ਕਿਹੜਾ ਮੌਸਮ ਹੈ? ਨਹੀਂ ਘਟਦਾ ਨਹੀਂ, ਉਹ ਗਰਮੀ ਨਾਲ ਹੋ ਜਾਂਦਾ। ਮਤਲਬ ਵਾਧਾ ਘਟਾ ਹੋ ਸਕਦਾ, ਕਈ ਮਈਆਂ ਅਟਾ ਨਹੀਂ ਸੁੱਟਦੀਆਂ, ਉਹ ਦੁੱਧ ਘਟ ਜਾਣਗੀਆਂ, ਕਿਉਂ ਉਹ ਸੌਣ ਭਾਦਰੋਂ ਚ 8 ਦਿਨ ਵਿੱਚ ਮੈਂ ਅੱਜ ਕੱਲ ਦੀ ਜਿਹੜੀ ਮੈਂ ਨਾ ਉਹ ਦੁੱਧ ਦੇ ਜਾਂਦੀ। ਦੁੱਧ ਦਾ ਮੌਸਮ ਅੱਛਾ। ਕਿੰਨੀ ਕੁ ਦੇਰ ਕੱਢ ਜਾਏਗੀ, ਕਿੰਨੀ ਦੇਰ ਉਹਦੀ ਲਾਮ ਹੋਏਗੀ? ਉਹ ਸਾਲ ਦੁੱਧ ਦੇਗੀ। ਸਾਲ ਦੇਗੀ। ਹਾਂਜੀ। ਹੁਣ ਤੁਸੀਂ ਇਹ ਦੱਸੋ, ਆਖਰੀ ਗੱਲ ਤੇ ਸਭ ਤੋਂ ਅਹਿਮ ਗੱਲ, ਕਿੰਨੀਆਂ ਮੱਝਾਂ 'ਚ ਇੱਕ ਝੋਟਾ ਹੋਣਾ ਚਾਹੀਦਾ ਔਰ ਕਿਹੜੀ ਨਸਲ ਦਾ ਹੋਣਾ ਚਾਹੀਦਾ? ਝੋਟਾ ਚੰਗਾ ਹੋਣਾ ਚਾਹੀਦਾ, ਭਾਵੇਂ ਹੁਣ ਸਿਆਲਕੋਟ ਵੀ ਇਹ ਵੀ ਨੀਲੀ ਹੈ ਜੀ, ਜੇਕਰ ਸਹੀ ਪੁੱਛਦੇ ਤਾਂ, ਕਿਉਂਕਿ ਇੱਥੋਂ ਦੀ ਦੇਸੀ ਮਈਆਂ ਤੇ ਰਹੀਆਂ ਨਹੀਂ। ਠੀਕ ਹੈ। ਅਗਰ ਇਹ ਆਂਦੇ ਨੇ ਕਿ ਸਿਆਲਕੋਟ ਦੀ ਮੱਝ ਭੈੜੀ ਹੈ, ਅਗਰ ਜਿਹੜੀ ਸਿਆਲਕੋਟ ਦੀ ਮੈਂ ਇਹਨਾਂ ਚੰਗੀ ਝੋਟੀ ਤਿਆਰ ਕੀਤੀ, ਉਹ ਸਾਰੀਆਂ ਨੂੰ ਘਟਦੀ। ਅੱਛਾ। ਹਾਂਜੀ, ਕਿਉਂਕਿ ਸਾਰੀਆਂ ਬੂਰੀਆਂ ਮਈਆਂ ਆਈਆਂ ਉਤੋਂ ਆਈਆਂ। ਦੀ ਗਾਂ ਲੈਤੀ, ਉਹ ਉਸ ਤਰ੍ਹਾਂ ਦੀ ਗਾਂ ਬੂਰਿਓ ਵੀ ਨਹੀਂ ਤੁਹਾਨੂੰ ਲੱਭਣੀ। ਤੇ ਇਹ ਜਿਹੜਾ ਦੁੱਧ ਜਿਹੜੀ ਵਲੈਤਣ ਗਾਂ ਸਾਡੀ ਜੂ ਦੀਆਂ ਸਿਆਲਕੋਟ ਦੀਆਂ ਨੇ ਨਾ, ਇਸ ਤਰ੍ਹਾਂ ਦੀ ਦੁਕਾਨ ਤੁਹਾਨੂੰ ਬੂਰਿਓ ਵੀ ਨਹੀਂ ਲੱਭਣੀ। ਉੱਥੋਂ ਕਿਸੇ ਜੂ ਚੋਂ ਮੇਰੀ ਗੱਲ ਤੁਸੀਂ ਆ ਸਾਡੀ ਜੂ ਸਿਆਲਕੋਟ ਜ਼ਿਲ੍ਹੇ ਦੇ ਵਿੱਚੋਂ ਗਾਂ ਲਵੋਗੇ ਵਲੈਤਣ, ਤੇ ਬੂਰੇ ਮੰਡੀ ਜਾ ਕੇ ਇਹ ਹੀ ਵਧੇਗੀ, ਨਫਾ ਕਰੇਗੀ। ਇਹ ਸਾਡੇ ਜਿਹੜੇ ਸਿਆਲਕੋਟ ਮੱਝ ਜਿਹੜੀ ਇਹ ਬੂਰੇ ਵਾਲੇ ਦੀ ਚੰਗੀ ਹੈ, ਜਿਹਨੂੰ ਨੀਲੀ ਜਾਂਦੇ, ਮਤਲਬ ਕਿਤੋਂ ਵੀ ਲੈ ਲਓ ਤੁਸੀਂ, ਚੰਗੀ ਹੋਏਗੀ। ਜਿਹੜੀ ਗਾਂ ਉਹ ਸਿਆਲਕੋਟ ਦੀ ਬਰੀਕ ਹੋਏਗੀ, ਦੁੱਧ ਜ਼ਿਆਦਾ ਦਿੰਦੀ। ਬਾਕੀ ਜਿੱਥੋਂ ਮਰਜੀ ਉਹ ਗਾਈਆਂ ਨਹੀਂ ਦੇ, ਜਿੰਨਾ ਦੁੱਧ ਨਹੀਂ ਦਿੰਦੀ। ਤੁਸੀਂ ਵਪਾਰ ਵੀ ਬੜੀ ਦੇਰ ਕੀਤਾ ਹੈ। ਹਾਂਜੀ। ਸਿਆਲਕੋਟ ਦੇ ਵਿੱਚ ਹੁਣ ਜ਼ਿਆਦਾ ਮੱਝਾਂ ਜਿਹੜੀਆਂ ਨੇ ਉਹ ਨੀਲੀ ਬਾਰ ਦੀਆਂ ਨਜ਼ਰ ਆਉਂਦੀਆਂ ਨੇ। ਇਹ ਸਿਆਲਕੋਟ ਦੀ ਹੁਣ ਆਪਣੀਆਂ ਨੀਲੀ ਬਾਰ ਦੀਆਂ ਨਸਲਾਂ ਹੋ ਗਈਆਂ ਨੇ। ਬਿਲਕੁਲ ਸਹੀ ਹੈ। ਕਿਉਂਕਿ ਝੋਟੇ ਦਾ ਫਰਕ ਹੁੰਦਾ, ਯਾਨੀ ਝੋਟਾ ਸਾਡੇ ਕੋਲ ਉਹ ਨੀਲੀ ਦਾ ਹੀ ਰੱਖੀ ਹੈ ਨਾ, ਤੋਲ ਮਸਲਨ ਝੋਟਾ ਰੱਖਿਆ, ਉਹ ਫਿਰ ਅੱਗੂ ਉਹਦਾ ਕੋਈ ਕਟਾ ਹੋ ਗਿਆ, ਅਸੀਂ ਉਹ ਰੱਖਦੇ ਨਹੀਂ। ਸਾਨੂੰ ਇਹ ਵਿੱਚ ਜ਼ਰੂਰਤਾਂ ਬਣ ਜਾਂਦੀਆਂ ਨੇ, ਅਸੀਂ ਦੇ ਕੇ ਪਰਾਂ ਕਰਨੇ ਕਸਾਈਆਂ ਨੂੰ। ਮੈਂ ਕਟਾ ਚੰਗਾ ਨਹੀਂ ਰੱਖਦਾ, ਸਿਰ ਤੇ ਨਸਲ ਬਣਦੀ ਹੈ, ਇਹ ਨਹੀਂ ਦੇਣਾ ਚਾਹੀਦਾ, ਇਹ ਲਾਜ਼ਮੀ ਰੱਖਣਾ ਚਾਹੀਦਾ। ਯਾਨੀ ਝੋਟਾ ਵੀ ਅਗਰ ਹੋਏ ਤੇ ਇੱਥੇ ਵੀ ਨੀਲੀ ਜਿਹੜੀ ਉਹ ਹਾਲਤ ਆ ਸਕਦੀ, ਸਮਝੋ ਕਿ ਵੱਧ ਜਾਂਦੀ, ਵੱਧ ਜਾਂਦਾ ਕੰਮ ਜ਼ਿਆਦਾ। ਅਗਰ ਇਹ ਵੇਖੋ ਹਾਂ 3 ਲੱਖ ਦੀ ਮੱਝ ਲਿਆਂਦੀ ਹੈ, 3.5 ਲੱਖ ਦੀ, ਤੇ ਬੱਚਾ ਉਹਦਾ ਚੰਗਾ ਹੀ ਹੋਣਾ, ਮਾੜਾ ਤਾਂ ਨਹੀਂ ਹੋਣ ਲੱਗਾ। ਅੱਛਾ, ਅਕਸਰ ਅਸੀਂ ਇਹ ਗੱਲ ਪੁੱਛਨੇ ਆ ਤੇ ਕਿਆ ਇਸ ਗੱਲ 'ਚ ਹਕੀਕਤ ਹੈ ਵੇ ਕਿ ਲੋਕ ਇਧਰੋਂ ਖੜ ਕੇ ਉਧਰ ਸਿਆਲਕੋਟ ਵਾਲੀ ਸਾਈਡ ਤੋਂ ਹੀ ਤੇ ਉਹ ਨੀਲੀਆਂ ਕਰਕੇ ਤੇ ਫਿਰ ਵਾਪਸ ਅਦਰ ਹੀ ਭੇਜ ਛੱਡ ਦੇਣ? ਨਹੀਂ, ਜਿਹੜੀ ਅਗਰ ਬੂਰੀਆਂ ਮਈਆਂ ਆਉਣਗੀਆਂ, ਅੱਛਾ, ਉਹ ਵੱਖਰੀਆਂ ਲੱਭਣਗੀਆਂ, ਉਹਨਾਂ ਦੀ ਪਸ਼ਮ, ਉਹਨਾਂ ਦੀ ਜਿਲਦ ਜਿਹੜੀ ਹੈ ਉਹ ਵੱਖਰੀ ਹੋਏਗੀ। ਤੇ ਜਿਹੜੇ ਲੋਕ ਇਧਰੋਂ ਖੜ ਕੇ ਉਧਰ ਕੱਟੀਆਂ, ਉਹ ਫਿਰ ਇੱਧਰ ਉਹ ਸਾਡੀ ਸਿਆਲਕੋਟ ਦੀ ਮੈਂ ਬੂਰੇ ਜਾਏਗੀ ਨਾ, ਉਹ ਵੱਖਰੀ ਲੱਭੇਗੀ। ਨਹੀਂ, ਕੱਟੀਆਂ ਲੈ ਜਾਂਦੇ ਨੇ ਨੀਲੀ ਦੀਆਂ, ਹਾਂਜੀ, ਜਾ ਕੇ ਪਾਲ ਕੇ ਤੇ ਉਹ ਫਿਰ ਅਦਰ ਭੇਜ ਛੱਡ। ਹਾਂਜੀ, ਬਿਲਕੁਲ ਇਹ ਕੰਮ ਹੁੰਦਾ ਪਿਆ। ਮਈਆਂ ਵੀ ਉਤੋਂ ਹੀ ਆਈਆਂ ਨੇ, ਕੱਟੀਆਂ ਵੀ ਉਹਨਾਂ ਦੀਆਂ ਮਈਆਂ ਦੀਆਂ ਹੀ। ਆ ਵੇਖੋ, ਅਗਰ ਸਾਡੇ ਕੋਲ 3 ਲੱਖ ਦੀ ਮੱਝ ਵੀ ਹੈ, 2 ਦੀ ਵੀ ਅੱਛੀ ਤੋਂ ਅੱਛੀ, ਅਗਰ ਅਸੀਂ ਕੱਟੀਆਂ ਜਿਹੜੀਆਂ ਸੇਲ ਕਰ ਦਿੰਦੇ ਆ, ਬੂਰੇ ਦੇ ਹੁੰਦੇ ਨੇ, ਲੈ ਕੇ ਜਾਂਦੇ ਨੇ, ਤੇ ਮਾੜੀਆਂ ਤਾਂ ਨਹੀਂ ਨੇ, ਚੰਗੀਆਂ। ਬੂਰੇ ਵੀ ਮਈਆਂ ਸਾਰੀਆਂ ਚੰਗੀਆਂ ਨਹੀਂ, ਉੱਥੇ ਵੀ ਮਾੜੀਆਂ ਨੇ, ਭੈੜੀਆਂ ਵੀ ਨੇ। ਜਿਹੜੀ ਚੰਗੀਆਂ ਨੇ ਉਹ ਹੀ ਚੰਗੀਆਂ, ਉੱਥੇ ਵੀ ਭੈੜੀਆਂ ਨੇ। ਠੀਕ ਹੈ। ਆ ਸਾਰੀ ਮਤਲਬ ਜਿੱਥੋਂ ਵੇਖੋਗੇ ਮੈਂ ਚੰਗੀ ਨਹੀਂ,
ਸਮਾਂ 'ਚ ਮੱਝ ਚੰਗੀ ਜੇ ਇੱਥੇ ਲਾ ਲਓ ਵਿੱਚ ਕਿਸੇ ਦੀ ਕੋਈ ਭੈੜੀ ਉੱਥੇ ਵੀ ਆਂਜੀ। ਸਹੀ ਹੈ, ਤੇ ਬਹੁਤ ਇਹ ਸ਼ੁਕਰੀਆ ਜੀ। ਗੱਡੀਆਂ ਜਿਹੜੀਆਂ ਉੱਥੇ ਜਾਂਦੀਆਂ ਤੇ ਇਹ ਵੀ ਅੱਛੀਆਂ ਨੇ, ਮਾੜੀਆਂ ਨਹੀਂ ਹੁੰਦੀਆਂ। ਵੀ ਸਾਡੇ ਘਰ ਦੀਆਂ ਸੂਈਆਂ ਤੁਹਾਨੂੰ ਵਹਾਈਆਂ ਨੇ, ਦੁੱਧ ਵੀ 18 19 ਕਿਲੋ 20 ਕਿਲੋ ਦੁੱਧ ਦਿੰਦੀ ਹੈ ਸਾਡੇ ਘਰ ਦੀ। ਪੁੱਛੋ ਨਾਲ ਮੱਝ ਭਾਜੀ ਅਸਲ ਮੱਝ ਸੋ ਪੈਂਦੀ ਏ ਹੈ, ਉਹ ਜ਼ੋਰ ਨਹੀਂ ਸੁੱਟਦੀ, ਉਹਦੇ ਵਾਸਤੇ ਪਰੇਸ਼ਾਨੀ ਬਣਦੀ ਏ ਤੇ ਉਹਦੇ ਵਾਸਤੇ ਕੋਈ ਨੁਕਸਾ ਟੂਣਾ ਦੱਸ ਛੱਡੋ। ਦੱਸੋ ਜੀ ਜੋਰ ਵਾਲੀ ਗੱਲ ਵਾਕਈ ਬੜੀ ਅਹਿਮ ਹੈ। ਚਲੋ ਜ਼ੋਰ ਜਿਹੜੀ ਨਹੀਂ ਸੁੱਟਦੀ ਹਾਂਜੀ, ਉਹਨੂੰ ਚੀਨੀ ਕਿਲੋ ਚੀਨੀ ਹੋਏ ਤੇ ਥੋੜਾ ਜਿਹਾ ਨਮਕ ਹੋਏ ਉਹ ਉਹਨੂੰ ਦਿੱਤਾ ਜਾਵੇ। ਅੱਛਾ ਹਾਂਜੀ, ਉਹਦੇ ਨਾਲ ਛੁੱਟ ਜੇਗੀ। ਅਗਰ ਨਾ ਛੁੱਟੇ ਤੇ ਫਿਰ ਉਹਦੇ ਨਾਲ ਆਪਣੇ ਆਪ ਜਿਹੜੀ ਹੈ ਨਾ ਜ਼ੋਰ ਖੁਰ ਕੇ ਆ ਜਾਏਗੀ। ਜੇ ਅਗਰ ਕਿੰਨੇ ਦਿਨ ਦਿੱਤਾ ਜਾਏ? ਇਹ ਦੇਣਾ ਮਤਲਬ ਵਾਵਾ 4-5 ਦਿਨ ਦੇਣਾ। ਜੇ ਅਗਰ ਗਰਮੀਆਂ ਨੇ ਮੱਝ ਜ਼ੋਰ ਨਹੀਂ ਸੁੱਟਦੀ ਉਹਨੂੰ ਤੁਹਾਂ ਤਕਰੀਬਨ ਬਰਫ਼ ਨਹੀਂ ਹੁੰਦੀ ਫ੍ਰਿਜ ਦੀ, ਇਹ ਤੁਸੀਂ 3-4 ਢੇਲੇ ਲੈ ਲੈਣੇ ਨੇ, 3 ਇਹ ਕੁੱਟ ਕੇ ਤੇ ਇਹ ਤੁਸੀਂ ਉਹਨੂੰ ਦੇ ਦੇਣੀ ਗਰਮੀਆਂ 'ਚ, ਉਹ ਜ਼ੋਰ ਸੁੱਟ ਜੇ। 3-4 ਸੀਸੀ ਨਾ ਨਹੀਂ ਸੁੱਟਦੀ, 3-4 ਸੀਸੀ ਉਹਨੂੰ ਟੀਕਾ ਲਾ ਕੇ ਵੇਖੋ, ਉਹਦੇ ਨਾਲ ਵੀ ਜ਼ੋਰ ਸੁੱਟ ਜਾਂਦੀਆਂ ਨੇ ਮਈਆਂ। ਅਗਰ ਸਿਆਲ ਅੜੇ ਤੇ ਉਹਨੂੰ ਫਿਰ ਅਲਸੀ। ਇੱਕ ਗੱਲ ਜਿਹੜੀ ਬਿਲਕੁਲ ਅਹਿਮ ਹੈ ਤੁਹਾਨੂੰ ਮੈਂ ਦੱਸਣਾ ਵਾ ਕਿ ਅਗਰ ਮੱਝ ਜਾਂ ਗਾਂ ਜ਼ੋਰ ਨਹੀਂ ਨਾ ਸੁੱਟਦੀ, ਉਹਦੇ ਅੰਦਰ ਕਿਸੇ ਵੀ ਤਰੀਕੇ ਤੱਕ ਡਾਕਟਰ ਭਾਵੇਂ ਤੁਹਾਨੂੰ ਲੱਖ ਜ਼ੋਰ ਲਾਏ, ਉਹਦੇ ਅੰਦਰ ਬਾਂਹ ਨਹੀਂ ਪਵਾਉਣੀ। ਅੱਛਾ, ਜਦੋਂ ਬਾਂਹ ਪਵਾਓਗੇ ਉਹ ਗਾਂ ਦਾ ਅੰਦਰ ਵੱਢ ਕਰਦਾ ਜਾਂ ਮੱਝ ਦਾ ਉਹ ਅੰਦਰ ਵੱਢ ਕੱਤੇਗਾ, ਉਹ ਸਮਝੋਗੇ ਅੰਦਰ ਵਰਮ ਹੋ ਜਾਏਗਾ, ਉਹ ਬਚੇਗੀ ਤੇ ਮਰੇ ਕੋ ਦੁੱਧ ਵੀ ਨਹੀਂ ਲੱਗੀ ਦੇਣ। ਜ਼ੋਰ ਜਿਹੜੀ ਹੈ ਇਹ ਡੰਗਰ ਦੇ ਅੰਦਰ ਨਹੀਂ ਰਹਿੰਦੀ, ਗਲ ਤੇ ਰੱਖ ਕੇ ਨਿਕਲ ਜਾਂਦੀ ਹੈ। ਇਹ ਜਿਹੜਾ ਮੇਰਾ ਭਾਈ ਦੱਸਦਾ ਤੁਹਾਨੂੰ ਜ਼ੋਰ ਦੀ ਇਹਦੀ ਆਪਣੀ ਹੀਟ ਬਹੁਤ ਜ਼ਿਆਦਾ ਹੁੰਦੀ ਹੈ। ਕੋਈ ਵੀ ਵੀਰ ਆਖੇ ਉਹਨੂੰ ਇਹ ਨਹੀਂ ਆਖਣਾ ਕਿ ਜ਼ੋਰ ਜਿਹੜੀ ਇਹਦੇ ਅੰਦਰ ਬਾਂਹ ਪਵਾਉਣੀ, ਇਹ ਆਪਣੇ ਆਪ। ਅਗਰ ਤੁਸੀਂ ਇਹਨੂੰ ਕੋਈ ਸ਼ੈ ਨਹੀਂ ਨਾ ਮੱਝ ਨੂੰ ਦਿੰਦੇ, ਮਸਲਾ ਤੁਹਾਨੂੰ ਨਹੀਂ ਪਤਾ, ਤੁਸੀਂ ਇਹਨੂੰ ਕੱਖ ਵੀ ਨਾ ਦਿਓ, ਇਹਨੂੰ ਸਿਰਫ ਖਾਲ ਚੌਖਰ ਇਹਨੂੰ ਪਾਈ ਜਾਓ, ਆਪਣੇ ਆਪ ਪੱਠੇ ਤੇ ਆਪਣੇ ਆਪ ਨਿਕਲ ਜਾਏਗੀ ਗਲ। ਇਹਦੀ ਆਪਣੀ ਗਰਮੈਸ਼ ਨਾਲ ਗਲ ਕੇ ਨਿਕਲ ਜਾਂਦੀ, ਅੰਦਰ ਨਹੀਂ ਰਹਿੰਦੀ। ਸਹੀ ਹੋ ਗਿਆ, ਉਹ ਬਿਲਕੁਲ ਨਿਕਲ ਭਾਈ ਜਾਨ, ਤੁਸੀਂ ਬੜੀ ਕੀਮਤੀ ਗੱਲਾਂ ਦੱਸੀਆਂ ਨੇ, ਬਹੁਤ ਸ਼ੁਕਰੀਆ ਜੀ। ਅਸਲਾਮ ਵਾਲੇਕੁਮ, ਜਜ਼ਾਕ ਅੱਲਾ।